ਸਤਿਨਾਮ ਵਾਹਿਗੁਰੂ ਸਾਹਿਬ ਜੀਓ। 12 ਮੌਜ ਮਹਲਾ ਪੰਜਵਾਂ। ਘਰ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲਿਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲਿਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾਂ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨਹੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਆਪ ਤਿਆਗ ਬਿਨਤੀ ਕਰਹਿ, ਲੈ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆਂ, ਸੇ ਵਿਛੁੜ ਕਤੈ ਨਾ ਜਾਏ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਣਾਏ। ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰ ਰਾਏ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਣਾਏ। ਅਸੂ ਸੁਖੀ ਵਸੰਦੀਆ, ਜਿਨ੍ਹਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਸ਼ਾਮਾਂ ਸਮੇਂ ਸਤਸੰਗਤ ਦੇ ਇਹ ਪਲ ਅਸੀਂ ਪ੍ਰਾਪਤ ਕੀਤੇ ਨੇ। ਇਹ ਸਮਾਂ ਗੁਰਬਾਣੀ ਵਿਆਖਿਆਨ ਦਾ ਹੈ। ਇਸ ਵਿੱਚ ਮੋਸਟਲੀ ਅਸੀਂ ਲੜੀਵਾਰ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਪਰ ਜਿਵੇਂ ਹੀ ਦੇਸੀ ਮਹੀਨੇ ਪ੍ਰਾਰੰਭ ਹੁੰਦੇ ਨੇ, ਤੇ ਦੇਸੀ ਮਹੀਨਿਆਂ ਦੀ ਪ੍ਰਾਰੰਭਤਾ 'ਤੇ ਜੋ ਰਚਨਾ ਮਾਝ ਰਾਗ ਵਿੱਚ ਹੈ, 12 ਮਹਾਂ ਸਿਰਨਾਮੇ ਹੇਠ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਉਪਦੇਸ਼, ਉਸ ਪਾਵਨ ਰਚਨਾ ਦੇ ਜੋ ਪਦਾ ਉਸ ਮਹੀਨੇ ਦੇ ਸਿਰਨਾਵੇਂ ਨਾਲ ਹੁੰਦਾ, ਅਕਸਰ ਉਹਦਾ ਪਾਠ ਹੁੰਦਾ, ਕੀਰਤਨ ਹੁੰਦਾ, ਅਤੇ ਅਸੀਂ ਵਿਆਖਿਆ ਵੀ ਉਸ ਰੂਪ ਵਿੱਚ ਕਰਦੇ। ਸੋ ਉਸੇ ਮੁਤਾਬਕ ਅੱਜ ਦੇਸੀ ਮਹੀਨੇ ਅੱਸੂ ਦੀ ਪ੍ਰਾਰੰਭਤਾ ਹੋ ਰਹੀ ਹੈ। ਸੋ ਜੋ ਇਸ ਸਿਰਨਾਵੇਂ ਹੇਠ ਇਸ ਮਾਝ ਰਾਗ ਦੇ 12 ਮਹਾਂ ਰਚਨਾ ਵਿੱਚ ਉਪਦੇਸ਼ ਹੈ, ਉਸ ਦਾ ਪਾਠ ਆਪ ਨੇ ਸਰਵਨ ਕੀਤਾ ਹੈ। ਇਹਨਾਂ ਹੀ ਪਾਵਨ ਬਚਨਾਂ ਦੀ ਤਕਰੀਰ ਵਿਚਾਰ ਅਸੀਂ ਕਰਾਂਗੇ। ਅਕਸਰ ਜਦੋਂ ਸਮਾਂ ਬਣਦਾ, ਸਾਨੂੰ ਐਟਲੀਸਟ 12 ਮੌਕੇ 'ਤੇ ਬਣਦੇ ਨੇ, ਜਦੋਂ ਅਸੀਂ ਇਸ ਪਾਵਨ ਰਚਨਾ ਦੇ ਵੱਖਰੇ ਵੱਖਰੇ ਪਦਿਆਂ ਨੂੰ ਵਿਚਾਰਦੇ ਹਾਂ। ਬਾਤ ਹੁੰਦੀ ਹੈ ਕਿ 12 ਮਹਾਂ ਇੱਕ ਵਿਧਾ ਹੈ, ਜਿਹਨੂੰ ਕਹਿ ਲਓ ਕਿ ਕਾਈਂਡ ਆਫ poetic system which has been used in Punjabi traditions from so many years, and it's a folklore. Guru Nanak Sahib, when produced the Bani which provide us divine wisdom, then Baba Ji used it first time. It's in Tukhari. ਜਦੋਂ ਅਸੀਂ ਉਸ ਰਾਗ ਨੂੰ ਪੜ੍ਹਦੇ ਹਾਂ ਤਾਂ ਉਹਦੇ 'ਚ ਪਹਿਲਾ ਜੋ ਹੈ ਸਾਨੂੰ 12 ਮਹਾਂ ਮਿਲਦਾ ਹੈ। ਸੈਕਿੰਡ ਟਾਈਮ ਗੁਰੂ ਅਰਜਨ ਸਾਹਿਬ ਇਸ ਨੂੰ ਯੂਜ਼ ਕਰਦੇ ਨੇ, ਇਸ ਵਿਧਾ ਨੂੰ, ਅਤੇ ਇਹ ਅਧਿਆਤਮੀ ਸੰਦੇਸ਼ ਸਾਡੇ ਲਈ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਪਾਵਨ ਵਿਧਾ ਦਾ, ਇਸ ਪਾਵਨ ਜੇ ਪੂਰੇ ਤੁਸੀਂ ਸਰੂਪ ਨੂੰ ਦੇਖਦੇ ਹੋ, ਤੇ ਮਹੀਨੇ 12 ਨੇ
ਸਿਰਨਾਵਾਂ ਵੀ 12 ਮਾਹ ਹੈ, 12 ਮਹੀਨੇ, ਪਰ ਪਦੇ ਦੇ 'ਚ 14 ਨੇ। 12 ਮਹੀਨਿਆਂ ਦੇ ਸਿਰਨਾਵੇਂ ਦੇ ਨਾਲ ਤੇ 2 ਐਕਸਟਰਾ ਸਟੈਂਜਾਸ ਦੇ ਵਿੱਚ ਨੇ, ਇੱਕ ਉਪਮੇਹ ਦਾ ਤੇ ਇੱਕ ਉਪਸੰਹਾਰ ਦਾ ਹੈ, ਇੱਕ ਇੰਟਰੋਡਕਟਰੀ ਹੈ, ਇੱਕ ਕਨਕਲੂਜਨ ਦਾ ਹੈ। ਇਹਨਾਂ ਦੇ ਵਿੱਚ ਪਤਾ ਲੱਗਦਾ ਹੈ ਇਹ ਰਚਨਾ ਦਾ ਪਰਪਸ ਕੀ ਹੈ। ਇੱਥੇ ਸਿਰਫ ਮਹੀਨੇ ਦੇ ਬਾਬਤ ਦੱਸਣਾ ਪਰਪਸ ਨਹੀਂ ਗਾ, ਪਰਪਸ ਤੇ ਹੈ ਮਨੁੱਖੀ ਜ਼ਿੰਦਗੀ ਨੂੰ ਆਤਮਿਕ ਤੇ ਅਧਿਆਤਮਿਕ ਤੌਰ ਤੇ ਹੁਲਾਰਾ ਦਿੱਤਾ ਜਾਏ। ਗੁਰੂ ਸਾਹਿਬ ਦੀ ਸਾਰੀ ਬਾਣੀ ਸਾਨੂੰ ਆਤਮਿਕ ਗਿਆਨ ਬਖਸ਼ਦੀ ਹੈ, ਅੰਦਰ ਦੀ ਦੁਨੀਆ ਦਾ ਉਹ ਅੰਮ੍ਰਿਤ ਜਿਹਨੂੰ ਪੀ ਕੇ ਬੰਦਾ ਇਸ ਧਰਤੀ ਦੇ ਉੱਤੇ ਆਪਣੇ ਜੀਵਨ ਦੇ ਮਾਇਨੇ ਉਹ ਸਮਝ ਸਕੇ ਤੇ ਉਹਨਾਂ ਨੂੰ ਪ੍ਰਾਪਤ ਕਰ ਸਕੇ। ਸੋ ਇਹ ਰਚਨਾ ਉਸੇ ਦਿਸ਼ਾ ਦੇ 'ਚ, ਡਾਇਰੈਕਸ਼ਨ ਦੇ 'ਚ ਕਦਮ ਹੈ ਗੁਰੂ ਮਹਾਰਾਜ ਦੁਆਰਾ। ਇਸ ਪਾਵਨ ਰਚਨਾ ਦਾ ਜੇ ਮਜ਼ਮੂਨ ਦੇਖਦੇ ਹਾਂ ਤੇ ਇਹਦੇ 'ਚ ਡੈਫੀਨੇਟਲੀ ਪ੍ਰਭੂ ਤੋਂ ਵਿਛੋੜਾ ਹੈ, ਕਿਉਂਕਿ ਬਿਰਹਣੀ ਗੀਤ ਹੈ। 12 ਮਾਹ ਅਕਸਰ ਬਿਰਹਣੀ ਇਸਤਰੀਆਂ ਗਾਉਂਦੀਆਂ ਸੀ ਇਸ ਨੂੰ। ਤੇ ਗੁਰੂ ਮਹਾਰਾਜ ਇਹਦੇ ਵੀ ਸ਼ੁਰੂਆਤੀ ਬਿਲਕੁਲ ਪਹਿਲੇ ਪਦੇ 'ਚ ਹੀ ਬਿਆਨ ਕਰਦੇ ਨੇ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੂ ਰਾਮ, ਚਾਰ ਕੁੰਟ ਦਹਿ ਦਿਸ ਪਰਮੇ ਥਕੇ ਆਏ, ਪ੍ਰਭ ਕੀ ਸ਼ਾਮ ਤੇਨ ਦੁਦੈ ਤੇ ਬਾਹਰੀ, ਕਿਤੈ ਨਾ ਆਵੇ ਕਾਮ, ਜਲ ਬਿਨ ਸਾਹ ਕੋ ਮਿਲਾਵਤੀ ਉਪਜੈ ਨਾਹੀ ਦਾਮ। ਸੋ ਇਹ ਉਸ ਵਿਛੋੜੇ ਦਾ ਸਾਰੇ ਦਾ ਸਾਰਾ ਵੇਰਵਾ ਹੈ। ਤੇ ਸਵੇਰ ਵਿੱਚ ਗੁਰੂ ਬਾਬਾ ਜੀ ਬਿਆਨ ਕਰਦੇ ਕਿ ਬਣੇ ਹੋਏ ਕਸਬ, ਕਿਰਤ, ਸੁਭਾਅ, ਉਹਦੇ ਮੁਤਾਬਕ ਬੰਦਾ ਰੱਬੀ ਗੁਣਾਂ ਤੋਂ ਵਿਛੜਦਾ ਤੁਰਿਆ ਲਗਾ ਜਾ ਰਿਹਾ। ਡੇ ਬਾਈ ਡੇ ਗੁਣਾਂ ਦੇ 'ਚ ਕਮੀਆਂ ਆ ਰਹੀ ਹੈ, ਘਟਾ ਆ ਰਿਹਾ ਹੈ। ਰੱਬੀ ਉਸ ਜੀਵਨ ਯਾਪਨ ਤੋਂ ਜੋ ਬੰਦੇ ਦਾ ਅਸਲ 'ਚ ਹੋਣਾ ਚਾਹੀਦਾ ਆ, ਉਹਦੇ ਤੋਂ ਖਾਈ ਵੱਧ ਰਹੀ ਹੈ। ਤੇ ਫਿਰ ਇਹ ਵੀ ਬਿਆਨ ਹੈ ਕਿ ਇਹ ਪਰਿਪੂਰਨ ਅਸੀਂ ਆਪਣੇ ਐਫਰਟ ਨਾਲੇ ਖਾਈ ਜਿਹੜੀ ਏ, ਜਿਹੜਾ ਡਿਸਟੈਂਸ ਆ, ਇਸ ਨੂੰ ਕਿਸੇ ਤਰੀਕੇ ਨਾਲ ਘਟਾ ਨਹੀਂ ਸਕਾਂਗੇ। ਸੋ ਵੀ ਨੀਡ ਸਮਥਿੰਗ ਐਕਸਟਰਾ, ਦੈਟ ਐਕਸਟਰਾ ਇਜ਼ ਯੂਰ ਗ੍ਰੇਸ, ਤੇਰੀ ਬਖਸ਼ਿਸ਼। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ, ਤੂੰ ਕਿਰਪਾ ਕਰ, ਤੂੰ ਬਲੈਸ ਕਰ, ਤੂੰ ਬਖਸ਼ਿਸ਼ ਕਰ ਸਾਨੂੰ। ਉਸ ਤੋਂ ਬਿਨਾਂ ਮਿਲਾਪ ਨਹੀਂ। ਬਾਕੀ ਸਾਡੀ ਹਾਲਤ ਇਹ ਹੈ ਕਿ ਸਾਡੇ ਕੋਲ ਤੇਰੇ ਤੋਂ ਬਿਨਾਂ ਕੋਈ ਹੋਰ ਸੋਰਸ ਵੀ ਨਹੀਂ ਹੈਗਾ। ਜਿਸ ਬਿਆਨ ਕੀਤਾ, ਚਾਰ ਕੁੰਟ ਦਹਿ ਦਿਸ ਪਰਮੇ ਥਕੇ ਆਏ, ਪ੍ਰਭ ਕੀ ਸ਼ਾਮ। ਚਾਰ ਕੁੰਟ ਦਹਿ ਦਿਸ ਪਰਮੇ, ਚਾਰ ਕੁੰਟ ਦਾ ਮਾਇਨਾ ਮਤਲਬ ਕੋਈ ਕਿਸੇ ਕਿਸਮ ਦੇ ਨਾਲ ਵੀ ਕੋਈ ਹੋਰ ਮੈਨੂੰ ਸੋਰਸ ਨਹੀਂ ਲੱਭ ਰਿਹਾ, ਸਾਰੀ ਦੁਨੀਆ ਕਹਿ ਲਵੋ। ਦਹਿ ਦਿਸ ਡਾਇਰੈਕਸ਼ਨਸ ਮੋਸਟਲੀ 4 ਹੁੰਦੀਆਂ ਨੇ, ਜਿਵੇਂ ਈਸਟ ਵੈਸਟ ਨਾਰਥ ਸਾਊਥ ਦੇ ਰੂਪ ਵਿੱਚ ਅਸੀਂ ਵੇਖਦੇ ਹਾਂ। ਪਰ ਜੇ ਦੇਖਿਆ ਜਾਏ ਤਾਂ ਇਹਨਾਂ ਚਾਰਾਂ ਦੇ ਕਾਰਨਰ ਵੀ ਲਾ ਲਓ, ਦੈਨ 4 + 4 = 8, ਦੈਨ ਅਸਮਾਨ ਲਾ ਲਓ ਤੇ ਧਰਤੀ ਲਾ ਲਓ। ਦਹਿ ਦਿਸ ਭਾਵ 4 ਚੁਫੇਰਿਓਂ ਮੈਨੂੰ ਕੋਈ ਹੋਰ ਸਹਾਰਾ ਨਹੀਂ ਸਿਵਾਏ ਤੇਰੇ ਤੋਂ। You are the only hope for me. You are the only actually source for me. So that's why I am praying toward ਵਾਹਿਗੁਰੂ ਜੀ। ਮੈਂ ਤੇਰੇ ਵੱਲ ਜਿਹੜਾ ਹੈਗਾ ਇਹ ਪ੍ਰੇਰ ਕਰ ਰਿਹਾ ਹਾਂ। ਸੋ ਚਾਰ ਕੁੰਟ ਦਹਿੰਦਿਸ ਭਰਮੇ ਥਕ ਆਏ, ਪ੍ਰਭ ਕੀ ਸ਼ਾਮ। ਸ਼ਾਮ ਹੁੰਦਾ ਟੂ ਟੇਕ ਰਿਫਿਊਜ਼, ਟੂ ਗੋ ਸਮਨਸ ਐਕਚੁਅਲੀ ਕੈਨ ਸੇ, ਕਿਸੇ ਦੇ ਸ਼ਰਨ ਵਿੱਚ ਚਲੇ ਜਾਣਾ। ਸੋ ਇੱਥੇ ਕਿਹਾ ਮੈਂ ਤੇਰੀ ਸ਼ਰਨ ਆਇਆ ਹਾਂ। ਬਾਕੀ ਪੀੜਾ ਦੀ ਹਾਲਤ ਇਹ ਹੈ ਕਿ ਤੈਨ ਦੁਦੈ ਤੇ ਬਾਹਰੀ, ਕਿਤੇ ਨਾ ਆਵੇ ਕਾਮ, ਜਲ ਬਿਨ ਸਾਹ ਕੋ ਮਿਲਾਵਤੀ ਉਪਜੈ ਨਾਹੀ ਦਾਮ। ਮੇਰੀ ਹਾਲਤ ਐਸੀ ਹੈ ਜਿਵੇਂ ਇੱਕ ਦੁੱਧ ਦੇਣ ਵਾਲੇ ਪਸ਼ੂ ਤੋਂ, ਜਿਹੜਾ ਕੋਈ ਵੀ ਕੈਟਲ ਕਹਿ ਲਓ, ਬਫਲੋ ਕਹਿ ਲਓ, ਜਿਹਦੇ ਕੋਲ ਦੁੱਧ ਹੁੰਦਾ ਆ, ਕਾਓ ਕਹਿ ਲਓ, ਤੇ ਉਹਦੇ ਕੋਲੋਂ ਦੁੱਧ ਦੇਣ ਵਾਲਾ ਗੁਣ ਖੋਹ ਲਵੋ ਤੇ ਉਹਦੀ ਫਿਰ ਵੈਲਿਊ 0 ਹੋ ਜਾਏਗੀ। ਸੋ ਐਗਜ਼ੈਕਟਲੀ ਤੈਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ, ਜਲ ਬਿਨ ਸਾਹ ਕੋ ਮਿਲਾਵਤੀ। ਜਿਵੇਂ ਕੋਈ ਕਿਸਾਨ ਦੀ ਫਸਲ ਹੈ ਤੇ ਉਹ ਬਹੁਤ ਵਧੀਆ ਫਸਲ ਹੋ ਰਹੀ ਹੈ ਤੇ ਕਿਸਾਨ ਖੁਸ਼ ਹੋ ਰਿਹਾ ਹੈ ਕਿ ਦਿਸ ਟਾਈਮ ਆਮ ਗੋਨਾ ਅਰਨ ਅ ਲੋਟ ਆਫ ਮਨੀ ਫਰੋਮ ਦਿਸ crop, and harvest season is almost on the corner, and definitely this is a good thing for me. But at the same time ਉਸੇ ਸਮੇਂ ਡਰਾਊਟ ਕੰਡੀਸ਼ਨ ਹੋ ਜਾਏ, ਪਾਣੀ ਨਾ ਹੋਏ, ਮੀਂਹ ਨਾ ਪਵੇ, ਤੇ ਹਾਲਤ ਕੀ ਬਣੇਗੀ? ਹਾਲਤ ਇਹ ਬਣੇਗੀ ਕਿ ਉਹਦੇ ਕੋਲ ਕੁਛ ਵੀ ਜਿਹੜਾ ਹੈਗਾ ਉਸ ਰੂਪ ਦੇ ਵਿੱਚ ਨਹੀਂ ਬਚੇਗਾ। ਉਸ ਤਰੀਕੇ ਦੇ ਨਾਲ ਉਹਦੇ ਕੋਲ ਉਹਦੇ 'ਚ ਜੋ ਉਹਨੂੰ ਉਮੀਦ ਹੈ ਕਿ ਮੇਰੀ ਕੁਝ ਮਨੀ ਅਰਨ ਹੋਏਗੀ, ਮੇਰਾ ਕੋਈ ਪ੍ਰੋਫਿਟ ਹੋਏਗਾ,
ਡੈਫੀਨਿਟਲੀ ਉਹ ਪ੍ਰੋਫਿਟ ਜਿਹੜਾ ਹੈਗਾ ਉਹ ਲੂਜ਼ ਕਰ ਜਾਏਗਾ। ਸੋ ਉਸ ਰੂਪ ਵਿੱਚ ਉਸ ਕਿਰਸਾਨ ਦੀ ਜਿਹੜੀ ਸਟੇਟ ਆਫ ਮਾਈਂਡ ਹੈ, ਜਿਹੜੀ ਉਹਦੀ ਹਾਲਤ ਆ, ਗੁਰੂ ਸਾਹਿਬ ਉਹਦੀ ਬਾਤ ਕਰਦੇ, ਕਿੰਨੀ ਪੀੜਾ ਹੋਏਗੀ, ਕਿੰਨੀ ਵੇਦਨ ਹੋਏਗੀ। ਉਪਜੈ ਨਾ ਹੀ ਦਾਮ, ਉਹਦੇ 'ਚੋਂ ਦਮੜੇ ਨਹੀਂ, ਉਹਦੇ 'ਚੋਂ ਕੋਈ ਚੀਜ਼ ਉਹਨੂੰ ਅਰਨ ਨਹੀਂ ਹੋ ਸਕੇਗੀ। ਸੋ ਮੈਂ ਜ਼ਿੰਦਗੀ ਜੀ ਰਿਹਾ, ਐਂਡ ਆਫ ਦਾ ਡੇ ਇਸ ਜੀਵਨ ਦੇ ਵਿੱਚੋਂ ਮੈਨੂੰ ਕੰਟੈਂਟਮੈਂਟ ਮਿਲਣਾ ਚਾਹੀਦਾ, ਸੰਤੋਖ ਮਿਲਣਾ ਚਾਹੀਦਾ, ਮੈਨੂੰ ਸੈਟਿਸਫੈਕਸ਼ਨ ਮਿਲਣੀ ਚਾਹੀਦੀ, ਮੈਨੂੰ ਜੀਵਨ ਜੀਣ ਤੋਂ ਬਾਅਦ ਇੱਕ ਅੰਦਰ ਫੀਲ ਹੋਣਾ ਚਾਹੀਦਾ ਕਿ ਯਸ, ਮੈਂ ਇਸ ਮਨੁੱਖਾ ਜੀਵਨ 'ਚ ਆਇਆ, ਮੈਂ ਮਨੁੱਖਾ ਜੀਵਨ ਦੇ ਪਰਪਸ ਨੂੰ ਸਰਵ ਕੀਤਾ। ਪਰ ਜੇ ਇਹੀ ਨਾ ਹੋ ਪਾਇਆ ਫਿਰ ਜੀਵਨ ਕਿਸ ਕੰਮ ਆ। ਸੋ ਇਸ ਪੀੜਾ ਦੇ ਨਾਲ ਇਹ 12ਵਾਂ ਰਚਨਾ ਸ਼ੁਰੂ ਹੁੰਦੀ ਹੈ। ਇਸ ਨੂੰ ਕਹਿ ਲਓ ਕਿ ਇੱਕ ਬਿਰਹਾ ਦੇ ਰੰਗ ਦੀ ਇੰਤਹਾ ਆ ਇਹਦੇ ਵਿੱਚ। ਇਹਦੇ 'ਚ ਗੁਰੂ ਮਹਾਰਾਜ ਹਿਜਰ ਦੀ ਜਿਹੜੀ ਪੀੜਾ ਆ ਉਸ ਦੇ ਐਕਸਟ੍ਰੀਮ ਥ੍ਰੈਸ਼ਹੋਲਡ ਨੂੰ ਟੱਚ ਕਰਦੇ, ਅਤੇ ਫਿਰ ਹੋਪਫੁਲ ਹੋ ਕੇ ਕਹਿੰਦੇ ਕਿ ਇੱਕ ਦਿਨ ਵਸਾਲ ਬਣੇਗਾ, ਇੱਕ ਦਿਨ ਇਸ ਪੀੜਾ ਤੋਂ ਬਾਹਰ ਅਸੀਂ ਆਵਾਂਗੇ। ਅਤੇ ਉਹਦੇ 'ਚ ਫਿਰ ਨੈਕਸਟ ਪਦਾ ਸ਼ੁਰੂ ਹੁੰਦਾ ਜੋ ਮਹੀਨੇ ਦੇ ਸਰਨਾਵੇਂ ਨਾਲ ਹੈ, ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ, ਕਿ ਕਰਤਾਰ ਨੂੰ ਚੇਤੇ ਕਰ ਅਤੇ ਫਿਰ ਤੈਨੂੰ ਕਣਾ ਆਨੰਦ ਪ੍ਰਾਪਤ ਹੋਏਗਾ, ਮਲਾਪ ਨੂੰ ਤੂੰ ਪ੍ਰਾਪਤ ਹੋ ਸਕੇਗਾ, ਤੂੰ ਉਸ ਕਰਤਾਰੀ ਰਚਨਾ ਨਾਲ ਸਾਂਝ ਪੈ ਸਕੇਗੀ। ਫਿਰ ਉਹ ਪੀੜਾ ਅਤੇ ਹੋਪ ਦੋਨੋਂ ਇਕੱਠੇ ਟਰੈਵਲ ਕਰਦੇ ਨੇ ਹਿਊਮਨ ਮਾਈਂਡ ਦੇ 'ਚ। ਇੱਕ ਤਰ੍ਹਾਂ ਦਾ ਇਹ ਮਨੋਵਿਗਿਆਨੀ ਪੱਖ ਗੁਰੂ ਮਹਾਰਾਜ 'ਚ ਬਿਆਨ ਕਰਦੇ, ਜਿਸ 'ਚ ਕਿਆ ਵੈਸਾਖ ਤੀਰਨ ਕਿਉਂ ਵਾਂਢੀਆਂ ਜਿਨ੍ਹਾਂ ਪ੍ਰੇਮ ਵਿਛੋ, ਧੀਰਜ ਨਹੀਂ ਵੱਜਦਾ, ਵਿਛੋੜੇ ਦੀ ਤਾਂਘ ਫਿਰ ਜਿਹੜੀ ਹੈ ਉਹ ਕਸਕ ਜਿਹੜੀ ਹੈ ਫਿਰ ਆਉਂਦੀ ਹੈ, ਮਲਾਪ ਦੀ ਤਾਂਘ ਫਿਰ ਜ਼ੋਰ ਪਾਉਂਦੀ ਹੈ। ਫਿਰ ਕਿਤੇ ਕਿਹਾ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵਨ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹਨਾ ਜਿਨਾ ਪਾਸ, ਸਾਵਣ ਸਰਸੀ ਕਾਰਨ ਨਹੀਂ ਚਰਨ ਕਮਲ ਸਿਉ ਪਿਆਰ। ਫਿਰ ਬਾਤ ਮੁਕਾਈ ਭਾਦੋਏ ਭਰਮ ਪੁਲਾਣੀਆਂ ਦੂਜਾ ਲੱਗਾ ਹੇਤ। ਜੇ ਡੁਐਲਿਟੀ 'ਚ ਜੀਓਗੇ, ਮਤਲਬ ਬੰਦੇ ਦੇ ਵਿੱਚ ਦਿਸ ਇਜ਼ ਅ ਹਿਊਮਨ ਵੀਕਨੈਸ, ਔਰ ਯੂ ਕੈਨ ਸੇ real human issue, that our human mind lives in two tendencies. One is some sort of belief, and second some sort of ਜਿਹਨੂੰ ਕਹਿ ਲਓ ਕਿ ਜਿਹਨੂੰ ਅਸੀਂ ਸ਼ੱਕ ਦੀ ਹਾਲਤ ਕਹਿੰਦੇ ਹਾਂ, ਕਨਫਿਊਜ਼ਨ। ਇਹਨਾਂ ਦੋਵਾਂ ਦਾ ਮਿਕਸਚਰ ਹੈ ਸਾਡਾ ਅੰਦਰ ਦੀ ਸੋਚ ਦਾ ਲੈਵਲ। ਕਿਤੇ ਅਸੀਂ ਬਹੁਤ ਫੇਥਫੁਲ ਹੁੰਦੇ ਹਾਂ ਕਿਸੇ ਚੀਜ਼ ਬਾਬਤ, ਅਤੇ ਅਗਲੇ ਹੀ ਪਲ ਸਾਡੇ ਅੰਦਰ ਇੱਕ ਬਿਲਕੁਲ ਉਸੇ ਚੀਜ਼ ਦੇ ਪ੍ਰਤੀ ਇੱਕ ਬੇਵਿਸ਼ਵਾਸੀ ਉਹ ਵੀ ਆ ਜਾਂਦੀ ਹੈ। ਸੋ ਅਧਿਆਤਮੀ ਤਲ ਦੇ ਉੱਤੇ ਬੰਦੇ 'ਚ ਦੋਨੋਂ ਚੀਜ਼ਾਂ ਇਕੱਠੀਆਂ ਚੱਲੀ ਜਾਂਦੀਆਂ। ਇਹ ਭਾਦੋਂ ਹੈ, ਇਹ ਦੁਬਿਧਾ ਦੁਚਿਤੀ ਹੈ। ਇਸ ਕਿਸਮ ਦੀ ਵਿਆਖਿਆ ਬੀਤੇ ਮਹੀਨੇ ਦੇ ਪਦੇ ਦੇ ਵਿੱਚ ਸੀਗੀ। ਉਸ ਤੋਂ ਬਾਅਦ ਜਿਹੜਾ ਅੱਜ ਵਾਲਾ ਪਦਾ ਜਿੱਥੋਂ ਅਸੀਂ ਪ੍ਰਾਰੰਭ ਕਰ ਰਹੇ ਹਾਂ, ਅਸੁਨ ਪ੍ਰੇਮ ਉਮਾਹੜਾ, ਇੱਥੇ ਕਿਹਾ ਆਸਾਂ ਦੇ ਬੰਨ ਨੂੰ ਜਦੋਂ ਇੱਕਦਮ ਵੱਡਾ ਫਲੋ ਜਨਰੇਟ ਹੁੰਦਾ ਪਿੱਛੇ ਤੋਂ ਟੁੱਟਦਾ, ਅਤੇ ਉਸ ਰੂਪ ਵਿੱਚ ਕਹਿੰਦਾ ਪ੍ਰੇਮ ਦਾ ਉਮਾਹ ਹੁੰਦਾ, ਅਤੇ ਅੰਦਰ ਖਾਸ਼ ਹੀ ਬਣਦੀ ਕਿਉਂ ਮਿਲੀ ਹੈ ਹਰ ਜਾਏ, ਕਿਹੜਾ ਸਮਾਂ ਹੋਏ ਜਦੋਂ ਮੈਂ ਹਰੀ ਨੂੰ ਜਾ ਕੇ ਪ੍ਰਾਪਤ ਕਰ ਲਵਾਂ। ਇਟਸ ਏ ਕਾਈਂਡ ਆਫ ਕ੍ਰੇਵਿੰਗ ਵਿਚ ਇਜ਼ ਕ੍ਰੋਸਿੰਗ ਈਚ ਐਂਡ ਐਵਰੀ ਲਿਮਿਟ। ਮਤਲਬ ਜਿੱਥੇ ਜਾ ਕੇ ਖਾਸ਼ ਇੰਨੀ ਵੱਧ ਗਈ ਹੈ, ਇੱਕ ਤਾਂਗ ਦੀ ਹਾਇਰ ਲੈਵਲ ਦੀ ਜਿਹੜੀ ਹੈ ਸਿਚੁਏਸ਼ਨ ਗੁਰੂ ਬਾਬਾ ਜੀ ਬਿਆਨ ਕਰਦੇ ਸਾਨੂੰ। ਇਸ ਤਰ੍ਹਾਂ ਜਾਣੋ ਕਿ ਅਸੀਂ, ਜੇ ਮੈਂ ਕ੍ਰੇਵਿੰਗ ਹੀ ਵਰਡ ਯੂਜ਼ ਕੀਤਾ ਹੈਗਾ, ਜਦੋਂ ਕਿਸੇ ਚੀਜ਼ ਬਾਰੇ ਬਹੁਤ ਬੰਦਾ ਮਤਲਬ ਲੋੜਵੰਦ ਹੋਏ, ਭੁੱਖਾ ਹੋਏ, ਖਾਸ਼ ਰੱਖਦਾ ਹੋਏ, ਅਤੇ ਇਹ ਦਾਨਿਸ਼ਮੰਦਾਂ ਦੇ ਬਚਨ ਨੇ, ਬੰਦਾ ਫਿਰ ਉਹਦੇ ਲਈ ਕੋਈ ਨਾ ਕੋਈ ਸੋਰਸ ਵੀ ਲੱਭ ਲੈਂਦਾ। ਸਿਆਣਿਆਂ ਨੇ ਕਿਹਾ ਭੁੱਖ ਲੱਗੀ ਹੋਏ ਬੰਦਾ ਰੋਟੀ ਖਾ ਕੇ ਸੌਂਦਾ ਹੈ, ਭਾਵੇਂ ਗੁਆਂਢੀ ਘਰੋਂ ਮੰਗ ਕੇ ਖਾਵੇ। ਮਤਲਬ ਕੋਈ ਨਾ ਕੋਈ ਸੋਰਸ ਤੋਂ ਜਨਰੇਟ ਕਰ ਲੈਂਦਾ ਆ। ਇੱਥੇ ਬਿਆਨ ਕੀਤਾ ਹੁਣ ਹਾਲਤ ਇਹ ਹੈ ਅਸੁਨ ਪ੍ਰੇਮ ਉਮਾਹੜਾ, ਰੱਬੀ ਪਿਆਰ ਦੇ ਵਿੱਚ ਉਮਾਹ ਦੀ ਹਾਲਤ ਆ, ਅਤੇ ਚਾਹਤ ਇਹ ਕਿਉਂ ਮਿਲੀ ਹੈ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਮਨ ਕਰਕੇ ਤਨ ਕਰਕੇ ਘਣੀ ਪਿਆਸ। ਜਿਹਨੂੰ ਬਾਤ ਹੈ ਕਿ ਜਿਹਦੀ ਕੋਈ ਲਿਮਿਟ ਨਾ ਰਹਿ ਜਾਏ। ਇਸ ਕਿਸਮ ਦੇ ਨਾਲ ਮੇਰੇ ਅੰਦਰ ਇੱਕ ਉਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਇੱਛਾ ਪੈਦਾ ਹੋ ਰਹੀ ਹੈ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਮਾਏ ਦਾ ਮਤਲਬ ਮੇਰੀ ਮੱਤ, ਉਹ ਮਾਈ ਇੰਟਲੈਕਟ, ਉਹ ਮੇਰੀ ਮੱਤ, ਮੈਨੂੰ ਕੋਈ ਵੀ ਇਹਦੇ ਵਾਸਤੇ ਹੈਲਪ ਕਰ ਦੇ। ਅਤੇ ਗੁਰਬਾਣੀ ਦਾ ਵਿਜ਼ਨ ਬਿਲਕੁਲ ਕਲੀਅਰ ਹੈ ਇਸ ਬਾਬਤ। ਅਸੀਂ ਸ਼ਬਦ ਪੜ੍ਹਦੇ ਹਾਂ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਕੋਈ ਜਨ, ਕੋਈ ਆਣ ਮਿਲਾਵੈ ਮਾਏ।
ਅਕਸਰ ਹੋਈ ਬਾਤ ਇਹ ਕਿ ਦੁਨੀਆ ਅੱਜ ਵੀ ਬੜੀ ਬਾਇਸ ਤੇ ਬੜੇ ਨੈਰੋ ਮਾਈਂਡਡ ਇੱਕ ਸੋਚ ਦੇ ਪੱਧਰ 'ਤੇ ਜਿੰਦੀ ਹੈ, ਰਹਿੰਦੀ ਹੈ। ਸਮਾਜ ਦੇ ਵਿੱਚ ਗਲੋਬਲਾਈਜੇਸ਼ਨ ਹੋਈ, ਲਿਬਰੇਸ਼ਨ ਹੋਈ, ਉਸ ਸਾਰੇ ਸੋਚ ਤੋਂ, ਜਿਹੜੀ ਸੋਚ ਨੇ ਬੰਦੇ ਨੂੰ ਜਗ੍ਹਾ ਜਗ੍ਹਾ 'ਤੇ ਉਲਝਾ ਕੇ ਰੱਖਿਆ, ਲੜਾਈਆਂ ਝਗੜਿਆਂ ਮਫਾਦ, ਜਿਹਨੂੰ ਅਸੀਂ ਟਰਾਈਬ ਕਲਚਰ ਕਈ ਵਾਰੀ ਕਹਿ ਦਿੰਦੇ ਹਾਂ, ਮਤਲਬ ਜਿਹਦੇ 'ਚ ਫਿਰਕਾ ਪ੍ਰਸਤੀ ਸਾਡੇ ਕਿਹਾ ਜਾਂਦਾ ਹੈ, ਕਬਾਇਲੀ ਜਿਹੜੀ ਇੱਕ ਸੋਚ ਰਹੀ ਕਿ ਇਹ ਜਿਵੇਂ ਕਲੈਨ ਬਣੇ ਹੁੰਦੇ ਨੇ, ਮੇਰਾ ਆ, ਇਹਦਾ ਆ, ਇਹਦਾ ਆ, ਅਤੇ ਇਹ ਲੜੀ ਜਾਣਾ ਇਸ ਤਰੀਕੇ ਦੇ ਨਾਲ। ਜਿੱਥੇ ਮੌਕਾ ਬਣੇ ਉੱਥੇ ਭਾਵੇਂ ਵੈਪਨ ਵੀ ਆਰਚਰੀਜ਼ ਖੋਲ੍ਹ ਲਈਆਂ ਜਾਣ, ਜਿੱਥੇ ਮੌਕਾ ਨਾ ਬਣੇ ਜਿੰਨਾ ਕੁ ਬਣਦਾ ਉਸ ਤਰੀਕੇ ਨਾਲ ਕੀਤਾ ਜਾਏ। ਸਮਾਜਾਂ 'ਚ ਚੀਜ਼ਾਂ ਚੱਲਦੀਆਂ ਰਹੀਆਂ। ਧਰਮ ਨੇ ਇਹਦੇ ਵਿੱਚ ਰੋਲ ਬ੍ਰਿਜਿੰਗ ਕਰਨ ਦਾ ਕਰਨਾ ਸੀਗਾ, ਪਰ ਜਿਹੜੇ ਲੋਕ ਇਸ ਕਿਸਮ ਦੇ ਨਾਲ ਕਰ ਰਹੇ ਸੀਗੇ ਉਹਨਾਂ ਨੇ ਉਹਨੂੰ ਇੱਕ ਵੈਪਨ ਦੇ ਤੌਰ 'ਤੇ ਯੂਜ਼ ਕਰ ਲਿਆ। ਅਤੇ ਅਲਟੀਮੇਟਲੀ ਹੋਇਆ ਕਿ ਜੇ ਟੈਕਨੋਲੋਜੀ ਆਈ, ਜੇ ਹੋਰ ਚੀਜ਼ਾਂ ਆਈਆਂ, ਉਹਨਾਂ ਨੂੰ ਕਿਹਾ ਗਿਆ ਇਹ ਸਾਨੂੰ ਸ਼ਾਇਦ ਇਸ ਸਾਰੇ ਤੋਂ ਬਾਹਰ ਕੱਢਣਗੀਆਂ। ਪਰ ਇਹਦੇ ਬਾਬਤ ਅਸੀਂ ਦੇਖਿਆ 2 ਕੌਮਾਂਤਰੀ ਜੰਗਾਂ ਹੋਈਆਂ, ਵਰਲਡ ਵਾਰਸ, ਉਹਨਾਂ ਦੇ ਵਿੱਚ ਵੀ ਇਹੀ ਸਾਰਾ ਕੁਛ ਸੀਗਾ। ਅਤੇ ਇਸ ਸਭ ਨੂੰ ਕਰਦਿਆਂ ਕਰਦਿਆਂ ਫਿਰ ਬਹੁਤ ਸਾਰਾ ਨੁਕਸਾਨ ਸਹਿ ਕੇ ਇੱਕ ਯੂਨਾਈਟਿਡ ਵਰਡ ਆਇਆ, ਅਤੇ ਉਸ ਯੂਨਾਈਟਿਡ ਵਰਡ ਦੇ ਵਿੱਚ ਨੇਸ਼ਨਜ਼ ਪਾ ਕੇ ਮੁਲਕਾਂ ਦੀ ਇੱਕ ਸਰਬ ਸਾਂਝੀ ਪੰਚਾਇਤ ਬਿਲਡ ਕਰਨ ਦੀ ਟਰਾਈ ਕੀਤੀ ਗਈ। ਹਾਲਾਤ ਸੋਚਿਆ ਸੁਧਰਨਗੇ, ਲੋਕਾਂ ਨੇ ਕੋਲਡ ਵਾਰ ਦਾ ਐਰਾ ਦੇਖਿਆ, ਉਹ ਸਭ ਚੀਜ਼ਾਂ ਦੇਖੀਆਂ। ਖੈਰ ਪਤਾ ਲੱਗਾ ਗੌਰਮੈਂਟਸ ਤਾਂ ਵੱਡੀਆਂ, ਜਿਹੜਾ ਗੌਰਮੈਂਟਸ ਦਾ ਕੰਮ ਆ, ਐਲੀਟ ਦਾ ਕੰਮ ਆ, ਛੱਡੋ, ਆਮ ਬੰਦੇ ਨੂੰ ਬਹੁਤਾ ਲੈਣ ਦੇਣ ਹੈ ਨਹੀਂ ਗਾ। ਚੱਲਦਾ ਰਿਹਾ ਸਿਲਸਿਲਾ। ਹੁਣ ਕੀ ਹੋਇਆ, ਕਰਦਿਆਂ ਕਰਦਿਆਂ 9/11 ਤੱਕ ਗੱਲ ਆਈ। ਹਾਲਾਂਕਿ 9/11 ਤੋਂ ਪਹਿਲਾਂ ਜੋ ਸਾਊਥ ਏਸ਼ੀਆ 'ਚ ਹੋਇਆ, ਸਾਡੇ ਆਪਣੇ ਘਰਾਂ ਦੇ ਵਿੱਚ, ਪੰਜਾਬ ਦੇ ਆਲੇ ਦੁਆਲੇ ਲੱਖਾਂ ਲੱਖਾਂ ਲੋਕ ਮਾਰੇ ਗਏ। ਮਤਲਬ ਵੈਪਨਸ ਕਿਹਨਾਂ ਨੇ ਵੇਚੇ, ਵੈਪਨਸ ਕਿੱਥੋਂ ਆਏ, ਕੌਣ ਸੀਗੇ ਸਾਰੇ ਲੋਕ ਜਿਨ੍ਹਾਂ ਨੂੰ ਸਾਰੀ ਸਿਆਸਤ ਦੀ ਖੇਡ ਉੱਥੇ ਖੇਡੀ। ਅਤੇ ਕਦੀ ਇਹਦੇ ਬਾਬਤ ਡੀਪ ਲੈਵਲ 'ਤੇ ਕੋਈ ਸੋਚੇਗਾ, ਪਰ ਇਹ ਚੀਜ਼ਾਂ ਹੋਈਆਂ। ਖੈਰ ਜੋ ਅਸੀਂ ਸ਼ਬਦ ਪੜ੍ਹਦੇ ਹਾਂ ਨਾ ਬਾਬਾ ਕਬੀਰ ਜੀ ਦਾ ਕਿ ਪਰ ਉਸੀ ਕਿ ਜੋ ਹੁਆ ਤੂੰ ਆਪਣੇ ਵੀ ਜਾਨ, ਜਿਹੜਾ ਗੁਆਂਢੀ ਘਰ ਵਾਪਰਿਆ ਉੱਥੇ ਥੋੜ੍ਹਾ ਵਾਪਰੇਗਾ ਇਕੱਲਾ, ਉਹਦੇ ਘਰ ਅੱਗ ਥੋੜ੍ਹਾ ਲੱਗੀ ਰਹੇਗੀ, ਤੇਰੇ ਘਰ ਵੀ ਆਏਗੀ। ਅਖੀਰ ਇਹ ਵੈਸਟਰਨ ਵਰਲਡ ਇਹ ਸਾਰਾ ਤਮਾਸ਼ਬੀਨ ਹੋ ਕੇ ਵਹਿੰਦਾ ਰਿਹਾ ਸਾਰਾ ਕੁਛ 84 ਤੋਂ ਅਤੇ ਸਾਰੇ ਕਾਸੇ ਤੋਂ। ਅਖੀਰ 9/11 ਜਦੋਂ ਹੋਇਆ ਤਾਂ ਇੱਥੇ ਵੀ ਆ ਗਿਆ ਸਾਰਾ ਕੁਛ। ਫਿਰ ਇਹ ਸਾਰੇ ਨੂੰ ਫਿਕਸ ਕਰਨ ਵਾਸਤੇ ਕੁਇਕ ਫਿਕਸਿੰਗ ਉਸ ਅਪਰੋਚ ਦੇ ਨਾਲ ਪਹੁੰਚ ਗਏ। ਉੱਥੇ ਜਾ ਕੇ ਹੋਰ ਡਿਸਟਰਬੈਂਸ ਕ੍ਰੀਏਟ ਕੀਤੀ, ਸਾਰਾ ਕੁਛ ਕੀਤਾ, ਅਤੇ ਅਲਟੀਮੇਟਲੀ ਹੁਣ ਉੱਥੋਂ ਜਿਸ ਕਿਸਮ ਦੇ ਨਾਲ ਵਾਪਸੀ ਹੋਈ ਉਹ ਵੀ ਸਾਨੂੰ ਪਤਾ ਆ। ਅਤੇ ਹੁਣ ਹਾਲਤ ਇਹ ਹੈ ਕਿ ਕੈਨੇਡਾ, ਜਿਹਦਾ ਦੂਸਰਾ ਮਤਲਬ ਸੀਗਾ ਵੈਰੀ ਪੋਲਾਈਟਨੈਸ ਬਿਹੇਵੀਅਰ, ਕੈਨੇਡਾ ਮੀਨ ਟੂ ਪੋਲਾਈਟ ਟੂ ਸਿਵਲਾਈਜ਼ਡ ਪੀਪਲ। ਕੈਨੇਡਾ ਨੂੰ ਇਹ ਕਿਹਾ ਜਾਂਦਾ ਸੀਗਾ ਵੀ ਇੰਨੀ ਵਾਰੀ ਕੋਈ ਬੰਦਾ ਆਪਣੀ ਜਿਹੜਾ ਹੈਗਾ ਕੋਈ ਹੋਰ ਵਰਡ ਯੂਜ਼ ਨਹੀਂ ਕਰ ਸਕਦਾ ਜਿੰਨੀ ਵਾਰੀ ਕੈਨੇਡੀਅਨ ਲੋਕ ਸੌਰੀ, ਥੈਂਕਸ ਇਹ ਵਰਡ ਯੂਜ਼ ਕਰਦੇ ਨੇ। ਮਤਲਬ ਇਸ ਰੂਪ ਦੇ ਵਿੱਚ ਕਿਹਾ ਗਿਆ। ਅਤੇ ਹੁਣ ਰੀਸੈਂਟਲੀ ਅਸੀਂ ਇਲੈਕਸ਼ਨ 'ਚ ਦੇਖਿਆ ਕਿ ਵੱਟੇ ਮਾਰੇ ਗਏ। ਸੋ ਕਿੱਥੋਂ ਸ਼ੁਰੂ ਹੋਇਆ ਕੰਮ ਅਤੇ ਕਿੱਥੇ ਪਹੁੰਚ ਗਿਆ। ਅਮਰੀਕਾ ਦੇ ਵਿੱਚ ਰਾਈਟ ਵਿੰਗ ਦੀ ਰੈਲੀ ਹੋ ਰਹੀ ਹੈ, ਉਹਦਾ ਪੂਰਾ ਮੁਸੀਬਤ ਬਣੀ ਉੱਥੇ ਸਾਰੇ ਦੀ ਸਾਰੀ। ਜਿਸ ਨੂੰ ਹੋਰ ਪਿਛੋਕੜ 'ਚ ਦੇਖਦੇ ਹਾਂ ਤਾਂ ਪਤਾ ਲੱਗਦਾ ਕਿ ਲੋਕਾਂ ਦੀ ਫਰਸਟ੍ਰੇਸ਼ਨ ਅਤੇ ਉਹ ਇਸ ਲੈਵਲ 'ਤੇ ਵਧੀ ਹੈ। ਅਤੇ ਦੁਬਾਰਾ ਫਿਰ ਉਹੀ ਕਬਾਇਲੀ, ਇੱਕ ਪਾਸੇ ਰਾਈਟ ਵਿੰਗ ਬਣ ਰਿਹਾ, ਇੱਕ ਪਾਸੇ ਲੈਫਟਿਸਟ ਟੋਟਲੀ ਵਿੰਗ ਬਣ ਰਿਹਾ, ਅਤੇ ਅਜੀਬ ਤਰ੍ਹਾਂ ਦੀ ਹਾਲਤ ਸ਼ੁਰੂ ਹੋ ਰਹੀ ਹੈ। ਸੋ ਇਹ ਸਭ ਨੂੰ ਵੇਖ ਕੇ ਬੰਦਾ ਇਹ ਸੋਚਦਾ ਬੰਦੇ ਨੇ ਕੁਝ ਵੀ ਲਰਨ ਨਹੀਂ ਕੀਤਾ, ਅਤੇ ਉਹ ਨੈਰੋ ਮਾਈਂਡਡ ਸੋਚ ਜਿਹੜੀ ਉਹ ਐਜ਼ ਇਟ ਇਜ਼ ਉੱਥੇ ਹੀ ਖੜੀ ਹੈ। ਹੁਣ ਇਹਦੇ 'ਚ ਸਿੱਖਿਆ ਕੌਣ ਦੇ? ਸਿੱਖਿਆ ਦੇ ਉਸੇ ਗਲੈਨ ਦਾ ਕੋਈ ਬੰਦਾ ਆਵੇ ਅਤੇ ਉਹ ਆ ਕੇ ਕਹੇ ਕਿ ਓਕੇ ਯੈਸ, ਮੈਂ ਜਿਹੜੀ ਗੱਲ ਕਰਦਾ ਮੇਰੀ ਗੱਲ ਸੁਣੋ ਤੁਸੀਂ, ਮੈਂ ਜੋ ਹੈਗਾ ਤੁਹਾਨੂੰ ਸੇਧ ਦੇਵਾਂਗਾ। ਸੋ ਇੱਕ ਸੰਪਰਦਾਇ ਕਿਸਮ ਦੀ ਬਾਤ, ਮੇਰੇ ਰੰਗ ਦਾ ਬੰਦਾ ਹੀ ਮੈਨੂੰ ਲੀਡ ਕਰੇਗਾ, ਮੇਰੀ ਜਿਹੜਾ ਹੈਗਾ
ਬਲੀਵ ਵਾਲਾ ਬੰਦਾ ਹੀ ਮੇਰੇ ਵਾਸਤੇ। ਗੁਰੂ ਬਾਬਾ ਜੀ ਨੇ ਕਿਹਾ ਸਾਡਾ ਸਾਰਿਆਂ ਦਾ ਬਲੀਵ ਇੱਕ ਹੀ ਹੈ, ਅਤੇ ਉਹ ਬਲੀਵ ਹੈ ਸੱਚ ਦੇ ਨਾਲ ਦੋਸਤੀ ਲਾਉਣੀ, ਸੱਚਿਆਰ ਹੋਣਾ, ਟਰੁਥਫੁਲਨੈਸ, ਲਿਵਿੰਗ ਵਿਦ ਇੰਟੀਗ੍ਰਿਟੀ। ਜਿਹੜੀ ਇਹ ਚੀਜ਼ ਹੈ ਬੜੀ ਲਾਜ਼ਮੀ ਹੈ। ਬਾਕੀ ਗੋਲ ਵੀ ਸਾਰਿਆਂ ਦਾ ਇੱਕ ਹੈ, ਸਭ ਦੀ ਵੈਲਬੀਇੰਗ। ਫਿਰ ਕੋਈ ਲੀਡ ਕਰੇ ਕੀ ਫਰਕ ਪੈਂਦਾ ਆ? ਉਹਦੇ 'ਚ ਕੋਈ ਜ਼ਾਤ ਪਾਤ ਦਾ ਮਸਲਾ ਹੋਏ ਭਾਰਤੀ ਖਿੱਤੇ ਦੇ ਵਿੱਚ, ਅਤੇ ਉਹਦੇ 'ਚ ਭਾਈ ਭਾਵੇਂ ਭਗਤ ਰਵਿਦਾਸ ਜੀ ਕਰੇ ਅਤੇ ਭਾਵੇਂ ਭਗਤ ਨਾਮਦੇਵ ਜੀ ਕਰੇ, ਭਾਵੇਂ ਭਗਤ ਫਰੀਦ ਜੀ ਕਰੇ ਅਤੇ ਭਾਵੇਂ ਭਗਤ ਸਦਨਾ ਜੀ ਕਰੇ, ਭਾਵੇਂ ਭਗਤ ਸੈਨ ਕਰੇ ਅਤੇ ਭਾਵੇਂ ਭਗਤ ਰਾਮਾਨੰਦ ਕਰੇ, ਕੀ ਫਰਕ ਪਏਗਾ ਉਹਦੇ ਨਾਲ? ਗੱਲ ਤੇ ਆਈਡੀਓਲੋਜੀ ਦੀ ਹੈ, ਗੱਲ ਤੇ ਵਿਚਾਰ ਦੀ ਹੈ। ਸੋ ਕੋਈ ਵੀ ਜਿਹੜਾ ਹੈ ਉਸ ਰੂਪ ਦੇ ਵਿੱਚ ਕਰ ਸਕਦਾ। ਗੱਲ ਤਰਜੀਹ ਦਿੱਤੀ ਗਈ ਸੋਚ ਨੂੰ। ਇਹ ਚੀਜ਼ ਅੱਜ ਵੀ 21 ਸਦੀ ਦੇ ਵਿੱਚ ਅਸੀਂ ਦੇਖਦੇ ਹਾਂ, ਦੂਜੇ ਦਹਾਕੇ ਗੁਜ਼ਰਨ ਤੋਂ ਬਾਵਜੂਦ ਵੀ ਕਿੱਥੇ ਐਕਸੈਪਟੇਬਲ ਹੋ ਰਹੀ ਹੈ। ਬੰਦਾ ਉਨਾ ਹੀ ਇਲੀਟਰੇਟ ਲੱਗ ਰਿਹਾ ਜਿੰਨਾ ਇਲੀਟਰੇਟ ਉਹ ਬੀਤੇ ਕੱਲ੍ਹ ਵਿੱਚ ਸੀਗਾ। ਕੋਈ ਆਣ ਮਿਲਾਵੇ, ਕੋਈ ਮਦਦਗਾਰ ਹੋਏ, ਤੇ ਮਿਲਾਉਣਾ ਕਿਹਨੂੰ ਹੈ? ਮਿਲਾਉਣਾ ਇਹ ਨਹੀਂ ਕੋਈ ਰੱਬ ਦਾ ਕੋਈ ਸਪੈਸ਼ਲ ਪਲੇਨ ਉਤਰਨਾ ਧਰਤੀ ਦੇ ਉੱਤੇ, ਤੇ ਕਿਸੇ ਹੋਰ ਉਹਨੇ ਜਿਹੜਾ ਆ ਪਲੈਨਟ ਤੋਂ ਇੱਥੇ ਆ ਕੇ ਸਾਨੂੰ ਦਦਾਰ ਪਾਉਣੇ ਨੇ। ਉਹ ਤੇ ਕਾਇਮ ਦਾਇਮ ਆ, ਮੌਜੂਦ ਆ ਸਾਡੇ ਤੁਹਾਡੇ ਸਭ ਦੇ ਵਿੱਚ। ਐਸੀਆਂ ਕੰਡੀਸ਼ਨਸ, ਐਸੇ ਹਾਲਾਤ ਬਣਾਏ ਜਾਣ ਜਿਹਦੇ ਵਿੱਚ ਬੰਦੇ ਨੂੰ ਇਹ ਖਾਹਸ਼ ਹੀ ਨਾ ਰਹੇ ਕਿ ਮਰ ਕੇ ਸਵਰਗ ਜਾਵਾਂਗਾ। ਹੁਣੇ ਹੀ ਇਸੇ ਸਮੇਂ ਸਵਰਗ ਹੋਏ, ਇਸੇ ਸਮੇਂ ਹੀ ਜੀਵਨ ਦਾ ਉਹ ਹਾਇਰ ਲੈਵਲ ਦੀ ਖੁਸ਼ੀ ਨੂੰ ਬੰਦਾ ਮਾਣ ਸਕੇ। ਤੇ ਸਾਰੇ ਦੇ ਵਿੱਚ ਉਹਨੂੰ ਕਰਤਾਰ ਤੇ ਕਰਤਾਰ ਦਾ ਅਹਿਸਾਸ ਉਹਦੀ ਸੁਰਤ 'ਚ ਉਕਰੇ। ਕੋਈ ਵੀ ਇਸ ਤਰੀਕੇ ਨਾਲ ਮੈਨੂੰ ਸਮਝ ਦੇਵੇ, ਸੋਝੀ ਦੇਵੇ, ਮੈਂ ਉਹਦੇ ਲਈ ਤਿਆਰ ਹੋਵਾਂ। ਅਤੇ ਜੇ ਕਿਸੇ ਕੋਲ ਕੋਈ ਸਮਝ ਹੋਏ, ਉਸ ਸਮਾਜ ਨੂੰ ਉਸ ਲੈਵਲ 'ਤੇ ਵੰਡਣ ਲਈ ਤਿਆਰ ਹੋਏ। ਇਹ ਗੁਰਬਾਣੀ ਦਾ ਮੁੱਖ ਆਸ਼ਾ। ਮਹਾਰਾਜ ਕਹਿੰਦੇ ਜਦੋਂ ਇਹ ਹਾਲਤ ਬਣੀ, ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ। ਮੈਨੂੰ ਕੋਈ ਇਤਰਾਜ਼ ਪਰਹੇਜ਼ਗਾਰੀਅਤ ਨਹੀਂ। ਮੈਨੂੰ ਸਿੱਖਿਆ ਕੌਣ ਦੇਵੇਗਾ? ਮੈਨੂੰ ਸਿੱਖਿਆ ਕੋਈ ਵੀ ਦੇ, ਮੈਂ ਉਹਦੇ ਵਾਸਤੇ ਤਿਆਰ ਹਾਂ, ਪਰ ਸਿੱਖਿਆ ਸੱਚ ਦੀ ਹੋਏ, ਅਸਲ ਦੀ ਹੋਏ। ਅਗਲਾ ਬਚਨ ਆ, ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾਂ ਪਾਏ। ਸੰਤ ਸਹਾਈ ਜਿਨ੍ਹਾਂ ਨੇ ਸੱਤ ਨਾਲ ਸਾਂਝ ਬਣਾ ਲਈ ਹੈ। ਇਹ ਵੀ ਇੱਕ ਬੜਾ ਅਨਫੋਰਚੂਨੇਟ ਪਾਰਟ ਆ ਕਿ ਜਿਵੇਂ ਅਸੀਂ ਸਿੱਖੀ ਆਸ਼ੇ 'ਚ ਦੇਖਦੇ ਹਾਂ, ਅਤੇ ਆਪ ਅਹਿਸਾਸ ਕਰੋਗੇ, ਪੂਰਾ ਗੁਰੂ ਇਤਿਹਾਸ ਪੜ੍ਹੋ, ਸਭ ਤੋਂ ਸਤਿਕਾਰਤ ਹਸਤੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹੀ, ਮਰਦਾਨਾ ਜੀ। ਅਤੇ ਉਹਨਾਂ ਦੇ ਬਾਬਤ ਪੂਰੀ ਤਵਾਰੀਖ ਪੜ੍ਹ ਕੇ ਵੇਖ ਲਵੋ, ਜਿਹੜਾ ਵਰਡ ਯੂਜ਼ ਕੀਤਾ ਗਿਆ ਉਹ ਯੂਜ਼ ਕੀਤਾ ਗਿਆ ਭਾਈ ਮਰਦਾਨਾ ਜੀ। ਮਤਲਬ ਇਸ ਤੋਂ ਵੱਡੀ ਹਸਤੀ ਕੌਣ ਹੋਏਗੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਨਾਲ ਇਤਨਾ ਕੋਲ ਰਹੀ। 54 ਸਾਲ ਬਾਬੇ ਨਾਨਕ ਦਾ ਸਾਥ ਮਾਣਿਆ ਉਸ ਹਸਤੀ ਨੇ। ਬਾਬੇ ਨਾਨਕ ਦੇ ਹੁਕਮਾਂ 'ਤੇ ਰਬਾਬ ਵਜਾਈ ਉਸਨੇ ਹਰ ਜਗ੍ਹਾ 'ਤੇ। ਫੈਮਿਲੀ ਦਾ ਕੋਈ ਮੈਂਬਰ ਨਹੀਂ ਗੁਰੂ ਸਾਹਿਬ ਦੇ ਨਾਲ ਰਿਹਾ। ਈਵਨ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਦੇ ਰੂਪ ਵਿੱਚ ਵੀ ਇੰਨਾ ਸਮਾਂ ਨਹੀਂ ਰਹੇ ਨਾਲ ਜਿੰਨਾ ਸਮਾਂ ਇਹ ਹਸਤੀ ਰਹੀ। ਅਤੇ ਇਹਨਾਂ ਨੂੰ ਤਖੱਲਸ ਅਸੀਂ ਕੀ ਯਾਦ ਕਰਦੇ ਹਾਂ? ਭਾਈ ਮਰਦਾਨਾ ਜੀ। ਜੇ ਆਪਾਂ ਹੋਰ ਅੱਗੇ ਆ ਜਾਈਏ, ਅਤੇ ਲਹਿਣਾ ਜੀ ਗੁਰੂ ਅੰਗਦ ਬਣ ਗਏ, ਪਰ ਉਹਨਾਂ ਬਾਬਤ ਤੁਹਾਨੂੰ ਕਿਤੇ ਵੀ ਲਫ਼ਜ਼ ਸੰਤ ਨਹੀਂ ਮਿਲੇਗਾ ਲਿਖਿਆ, ਭਾਈ ਲਹਿਣਾ ਜੀ ਮਿਲੇਗਾ। ਮਤਲਬ ਸਮਝਣ ਦੀਆਂ ਚੀਜ਼ਾਂ ਨੇ। ਇਹ ਅਸੀਂ ਧਿਆਨ ਵੀ ਨਹੀਂ ਦਿੱਤਾ ਕਦੀ ਵੀ ਇਸ ਕਿਸਮ ਦੇ ਨਾਲ ਚੀਜ਼ਾਂ ਹੋਈਆਂ ਹੋਣ। ਸਾਡੇ ਘਰ ਦੇ 'ਚ ਮਤਲਬ ਹਾਈਐਸਟ ਸਤਿਕਾਰ ਦੀ ਹਸਤੀ, ਜਿਨ੍ਹਾਂ ਨੂੰ ਉਪਾਧੀ ਮਿਲੀ ਗ੍ਰੰਥੀ ਦੀ, ਗ੍ਰੰਥ ਨੂੰ ਸਮਝਣ ਜਾਣਨ ਅਤੇ ਗ੍ਰੰਥ ਤੱਕ ਸਾਡੀ ਪਹੁੰਚ ਕਰਵਾਉਣ ਦੇ 'ਚ ਮਦਦਗਾਰ ਜਿਹੜੀ ਅਹੁਦੇਦਾਰੀ ਰੱਖਣ ਵਾਲੀ ਸ਼ਖਸੀਅਤ ਹੈ, ਉਹ ਗ੍ਰੰਥੀ ਹੈ, ਜਿਹਦੀ ਐਸੋਸੀਏਸ਼ਨ ਗ੍ਰੰਥ ਨਾਲ ਬਿਲਕੁਲ ਇੱਕ ਰੂਪਤਾ ਦੇ ਰੂਪ ਦੇ ਵਿੱਚ ਉਹਨੂੰ ਅਸੀਂ ਗ੍ਰੰਥੀ ਕਹਿੰਦੇ ਹਾਂ। ਬਹੁਤ ਵੱਡਾ ਰੁਤਬਾ ਆ, ਕੋਈ ਛੋਟੀ ਚੀਜ਼ ਨਹੀਂ ਹੈ। ਅਤੇ ਉਹਨਾਂ ਦੇ ਬਾਬਤ ਜਿਨ੍ਹਾਂ ਨੇ ਆਲਮੋਸਟ ਤਕਰੀਬਨ ਜਿਹੜਾ ਹੈਗਾ 5 ਗੁਰੂ ਸਾਹਿਬਾਨ ਨੂੰ ਟਿੱਕੇ ਦਿੱਤੇ, 6 ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਆਪ ਗੁਰੂ ਰੂਪ ਦੇ ਦਰਸ਼ਨ ਕੀਤੇ, ਇਸ ਕਿਸਮ ਦੀ ਹਸਤੀ। ਉਹਨਾਂ ਨੂੰ ਬਾਰੇ ਲਫ਼ਜ਼ ਜਿਹੜੇ ਯੂਜ਼ ਕੀਤੇ, ਕੋਈ ਯੂਜ਼ ਕੀਤੇ ਗਏ ਬਾਬਾ ਬੁੱਢਾ ਜੀ। ਅਤੇ ਉਹ ਵੀ ਬਾਬਾ ਲਫ਼ਜ਼ ਇਸ ਕਰਕੇ ਆਇਆ ਕਿਉਂਕਿ ਜਦੋਂ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਸਵਾਲ ਪੁੱਛਿਆ ਸੀਗਾ ਕਿ ਬਾਬਾ ਨਾਨਕ ਜੀ ਮੈਨੂੰ ਇਹ ਦੱਸੋ ਮਰਨ ਤੋਂ ਬਾਅਦ ਕੀ ਹੁੰਦਾ ਆ। ਤੇ ਬਾਬਾ ਜੀ ਉਹਦੇ ਬੱਚੇ ਦੀ ਏਜ ਵੱਲ ਦੇਖਿਆ ਤੇ ਪੁੱਛਿਆ ਤੇਰਾ ਨਾਂ ਕੀ ਹੈ?
ਕਹਿਣ ਲੱਗਾ ਜੀ ਬੂੜਾ। ਬਾਬਾ ਜੀ ਕਹਿੰਦੇ ਨਹੀਂ ਨਹੀਂ ਨਹੀਂ, ਇਹੋ ਜਿਹੇ ਸਵਾਲ ਕਰਨ ਵਾਲਾ ਬੰਦਾ ਬੂੜਾ ਨਹੀਂ ਹੋ ਸਕਦਾ। ਅਸਲ ਦੇ 'ਚ ਇਹ ਬੁੱਢਾ ਆ, ਇਹ ਬਾਬਾ ਆ। ਇੱਥੋਂ ਲਫ਼ਜ਼ ਆਇਆ ਸੀ ਬਾਬਾ। ਇਹ ਤੇ ਸਿਆਣਾ ਆ, ਇੰਨੀ ਗਹਿਰੀ ਗੱਲ ਜਾਣਦਾ ਹੈ। ਤੇ ਸੋ ਇਹ ਸਤਿਕਾਰਤ ਰੂਪ ਵਿੱਚ ਬਾਤ ਲਫ਼ਜ਼ ਆਏ ਇਸ ਤਰੀਕੇ ਦੇ ਨਾਲ। ਫਿਰ ਉਸ ਤੋਂ ਬਾਅਦ ਅਸੀਂ ਇੱਕ ਤੋਂ ਇੱਕ ਹਸਤੀ ਦੇਖਦੇ ਹੈਗੇ ਆ। ਕਿਤੇ ਜਿਹੜਾ ਹੈਗਾ ਅਸੀਂ ਬਾਬਾ ਬਿਧੀ ਚੰਦ ਨੂੰ ਦੇਖਦੇ ਹਾਂ, ਭਾਈ ਬਿਧੀ ਚੰਦ ਦੇ ਰੂਪ ਵਿੱਚ। ਅਸੀਂ ਭਾਈ ਮੰਝ ਨੂੰ ਦੇਖਦੇ ਹੈਗੇ ਆ। ਅਸੀਂ ਅੱਗੇ ਆ ਕੇ ਦੇਖੀਏ ਤੇ ਹਸਤੀ ਭਾਈ ਗੁਰਦਾਸ, ਮਤਲਬ ਐਡੀ ਵੱਡੀ ਹਸਤੀ। ਸੋ ਇਹ ਬਿਲਕੁਲ ਐਸਾ ਕੋਈ ਰੂਪ ਨਹੀਂ ਗਾ ਜਿਹਦੇ 'ਚ ਸੰਤ ਲਫ਼ਜ਼ ਨੂੰ ਕਿਸੇ ਨਾਮ ਦੇ ਅੱਗੇ ਐਡਜੈਕਟਿਵ ਦੇ ਤੌਰ ਤੇ ਯੂਜ਼ ਕਰਨ ਦੀ ਕੋਈ ਪਰੰਪਰਾ ਹੋਏ। ਆਪ ਪੂਰੀ ਤਵਾਰੀਖ ਪੜ੍ਹ ਲਓ। ਮੈਂ ਅਦਨਾ ਜਾਂ ਮਨੁੱਖ, ਮੈਨੂੰ ਕੋਈ ਬਹੁਤੀ ਸਮਝ ਨਹੀਂ ਹੈ, ਪਰ ਮੈਂ ਇੰਨੀ ਬਾਤ ਤਵਾਰੀਖ ਪੜ੍ਹਦਿਆਂ ਹੋਇਆ ਆਪ ਅਹਿਸਾਸ ਕਰਦਾ ਹੈ। ਮਗਰ ਹੁੰਦਾ ਕੀ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੀ ਫਿਜ਼ਾ ਦੇ 'ਚ ਇੱਕ ਅਜੀਬ ਹਾਲਤ ਬਣਦੀ ਹੈ। ਸੰਤ ਲਫ਼ਜ਼ ਕਿੰਨਾ ਕੁ ਪਵਿੱਤਰ ਹੋਏਗਾ। ਬਾਬਾ ਕਬੀਰ ਜੀ ਬਚਨ ਕਰਦੇ, ਕਿਆ ਅਪਰਾਧ ਸੰਤ ਹੈ ਕੀ ਨਾ। ਮਤਲਬ ਉਹਨਾਂ ਉਸ ਕੰਟੈਕਸਟ ਵਿੱਚ ਇਸ ਵਰਡ ਨੂੰ ਯੂਜ਼ ਕੀਤਾ। ਪਰ ਉਹੀ ਬਾਬਾ ਕਬੀਰ ਜੀ ਨੇ ਇਹ ਵੀ ਬਾਤ ਕਿਹਾ, ਕਹਿਣ ਲੱਗੇ ਪੋਸੀਬਿਲਿਟੀ ਹੈ। ਬਨਾਰਸ ਸ਼ਹਿਰ 'ਚ ਰਹਿੰਦਿਆਂ ਹੋਇਆਂ ਮੈਂ ਖੁਦ ਮੰਜ਼ਰ ਨੂੰ ਦੇਖਿਆ। ਇਹ ਮਜ਼ਮੇਕਾਰੀ ਇੱਥੇ ਹੁੰਦੀ ਏ। ਕੀ ਹੁੰਦਾ ਬਾਬਾ ਕਬੀਰ, ਗਜ ਸਾਢੇ ਤਹਿ ਤਹਿ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਬੱਗ, ਕੋਈ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠੱਗ। ਪੋਸੀਬਿਲਿਟੀ ਹੈ। ਸੋਨਾ ਦੀ ਬਾਤ ਨਹੀਂ, ਬਾਤ ਹੈ ਉਹਨਾਂ ਦੀ ਜਿਨ੍ਹਾਂ ਦੇ ਨਾਂ ਦੇ ਅੱਗੇ ਸੰਤ ਲਾਓ ਤੇ ਪਿੱਛੇ ਕਬੀਰ ਖੜਾ ਹੋਏ, ਸੰਤ ਲਾਓ ਤੇ ਪਿੱਛੇ ਰਵਿਦਾਸ ਖੜਾ ਹੋਏ, ਸੰਤ ਰਵਿਦਾਸ, ਸੰਤ ਕਬੀਰ। ਐਸੀਆਂ ਹਸਤੀਆਂ ਤੇ ਇਹੋ ਜਿਹੇ ਬਚਨ, ਇਹੋ ਜਿਹੀ ਕੋਈ ਹਸਤੀ ਹੋਏ ਉਹ ਸਾਨੂੰ ਇਸ ਰਾਹ ਦੇ ਉੱਤੇ ਪਾਵੇ। ਤੇ ਮਹਾਰਾਜ ਨੇ ਕਿਹਾ ਸੰਤ ਸਹਾਈ ਪ੍ਰੇਮ ਕੇ, ਇਸ ਰੱਬੀ ਪ੍ਰੇਮ ਦੇ 'ਚ ਇਹ ਰੂਹਾਂ ਸਹਾਈ ਨੇ। ਤਿਨਕੈ ਲਾਗਾਂ ਪਾਏ, ਮੈਂ ਉਹਨਾਂ ਦੇ ਪੈਰ ਫੜ ਲਵਾਂ, ਮੈਂ ਉਹਨਾਂ ਦੀ ਚਰਨ ਧੂੜ ਮੱਥੇ ਲਾਵਾਂ। ਮੁਰਾਦ ਇਹ ਕਿ ਉਹਨਾਂ ਦਾ ਮੈਂ ਫੋਲੋਵਰ ਹੋ ਜਾਵਾਂ। ਵਿਣ ਪ੍ਰਭ ਕਿਉਂ ਸੁਖ ਪਾਈ ਹੈ ਦੂਜੀ ਨਾ ਹੀ ਜਾਏ। ਪ੍ਰਭੂ ਤੋਂ ਬਿਨਾਂ ਕੋਈ ਸੁਖ ਨਹੀਂ, ਕੋਈ ਉਹਦਾ ਕੋਈ ਸਬਸਟੀਟਿਊਟ ਵੀ ਨਹੀਂ, ਉਹਦੀ ਕੋਈ ਰਿਪਲੇਸਮੈਂਟ ਵੀ ਨਹੀਂ ਹੈ। ਜਿਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇਗਾ। ਜਿਨ੍ਹਾਂ ਰੱਬੀ ਪ੍ਰੇਮ ਨੂੰ ਚਖ ਲਿਆ ਉਹ ਤ੍ਰਿਪਤ ਹੋ ਗਏ। ਆਪ ਤਿਆਗ ਬਿਨਤੀ ਕਰੇ ਲੇਹ ਪ੍ਰਭੂ ਲੜ ਲਾਏ। ਤੇ ਉਹਨਾਂ ਦੀਆਂ ਅਰਦਾਸਾਂ ਵੀ ਇਹਨੇ, ਮਾਲਕ ਸਾਡੇ 'ਚੋਂ ਸਾਡਾ ਆਪਾ ਮਿਟ ਜਾਏ ਤੇ ਬਸ ਤੂੰ ਹੀ ਤੂੰ ਹੋਏ। ਆਪਣੇ ਲੜ ਲਾਲਾ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ। ਜਿਨ੍ਹਾਂ ਨੂੰ ਆਪਣੇ ਗੱਲ ਲਾ ਲੈਂਦਾ ਉਹਨਾਂ ਦਾ ਵਿਛੋੜਾ ਨਹੀਂਗਾ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨਾਏ। ਹੈ ਨਾਨਕ, ਉਸ ਤੋਂ ਬਿਨਾਂ ਕੋਈ ਹੋਰ ਸਾਡਾ ਸਹਾਈ ਨਹੀਂ। ਆਓ ਉਹਦੀ ਸ਼ਰਨ ਬੈਠੀਏ ਆ ਕੇ। ਅਸੂ ਸੁਖੀ ਵਸੰਤੀਆਂ ਜਿਨ੍ਹਾਂ ਮਾਇਆ ਹਰ ਰਾਏ। ਉਹ ਜੀਵਾਤਮਾ ਸੁਖੀ ਵਸਤੀਆਂ ਜਿਨ੍ਹਾਂ ਉੱਤੇ ਮਾਇਆ ਦਾ ਮਤਲਬ ਹੈ ਦਇਆ ਕਰਨ ਵਾਲਾ, ਤਰਸ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਤਰਸ ਕਰ ਦਿੱਤਾ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਅਸੀਂ ਗੁਰਮਤੀਏ ਹੋ ਸਕੀਏ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਨਾਲ ਸਮਾਪਤੀ ਕਰਦੇ ਹਾਂ। ਇੱਕ ਛੋਟੀ ਜਿਹੀ ਬੇਨਤੀ ਇਹ ਹੈ ਕਿ ਆਉਂਦੇ ਸ਼ਨੀਚਰਵਾਰ ਤੇ ਐਤਵਾਰ, ਸੈਚਰਡੇ ਐਂਡ ਸੰਡੇ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ, ਫਰੋਮ 11 to until 5 o'clock, ਗੁਰਦੁਆਰਾ ਸਾਹਿਬ ਵਿਖੇ ਵੈਕਸੀਨ ਲਗਾਈ ਜਾਏਗੀ। ਹੇਅਰ COVID-19 vaccine is gonna happen in Gurudwara premises. So people who are interested, they can come and they can get their vaccine. 11 ਤੋਂ 5 ਵਜੇ ਤੱਕ 2 ਦਿਨ ਆਉਂਦੇ ਵੀਕਐਂਡ ਦੇ ਵਿੱਚ ਇੱਥੇ ਵੈਕਸੀਨ ਜਿਹੜੀ ਹੈਗੀ ਉਹ ਕਲੀਨਿਕ ਲਗਾਇਆ ਜਾਏਗਾ, ਪੌਪ-ਅਪ ਕਲੀਨਿਕ। ਸੋ let's get advantage. People who haven't done until now, this is a good time. Please have this advantage or take the vaccine. Save yourself and as well as provide safety to others. Thank you very much. ਇੱਥੇ ਹੀ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।